हाँ जी, सत श्री अकाल बाई सारिਆਂ ਨੂੰ। बच्चे सक्सैस ट्री पंजाब के यूट्यूब चैनल पर स्वागत है तुहाडा सारिਆਂ ਦਾ। रोज़ रात ਨੂੰ 9 ਵਜੇ ਆਪਾਂ अपने इस यूट्यूब चैनल पर लाइव जुड़ते हैं कि ਸਾਡੇ अगले समय 'ਚ ਪੰਜਾਬ ਦੇ ਜਿੰਨੇ एग्जाम्स ने ਉਹਨਾਂ ਦੀ ਤਿਆਰੀ ਦੇ ਲਈ ਆਪਾਂ ਰੋਜ਼ ਇੱਕ ਕੁਐਸਚਨ ਲੈ ਕੇ ਕੁਐਸਚਨ ਆਫ ਦਾ ਡੇ ਦਾ ਸੈਸ਼ਨ ਲਾਉਂਦੇ ਆ। ਤਾਂ ਉਸੇ ਲੜੀ ਦੇ ਵਿੱਚ ਅੱਜ ਜਿਹੜਾ ਆਪਾਂ ਸਵਾਲ ਕਰਨਾ ਹੈ, ਬਸ ਤੁਸੀਂ ਟਾਈਟਲ ਪੜ੍ਹ ਪਾ ਰਹੇ ਹੋ ਕਿ ਜੇਕਰ ਤੁਹਾਡੇ ਫਲੈਟ 'ਚ ਇੱਕ ਹੋਰ ਮੁੰਡਾ ਆ ਕੇ ਰਹਿਣ ਲੱਗ ਜੇ ਤਾਂ ਦੇਖੋ ਖਰਚਾ ਕਿਵੇਂ ਵੰਡਾਂਗੇ। ਮਤਲਬ ਕੁਝ ਬੱਚਿਆਂ ਨੂੰ ਹੋ ਸਕਦਾ ਯਾਦ ਹੋਵੇ ਕਿ ਅੱਜ ਤੋਂ ਹਫਤਾ 10 ਦਿਨ ਪਹਿਲਾਂ मैं ਐਵਰੇਜ ਦਾ ਇੱਕ ਕੁਐਸਚਨ ਆਫ ਦਾ ਡੇ ਦੇ ਸੈਸ਼ਨ 'ਚ ਕਰਾਇਆ ਸੀ ਤੇ ਉਦੋਂ ਮੈਂ ਕਹਿ ਕੇ ਗਿਆ ਸੀ ਕਿ ਭਾਈ ਐਵਰੇਜ ਦਾ ਇੱਕ ਹੋਰ ਕੁਐਸਚਨ ਬਣਦਾ, ਥੋੜਾ ਜ਼ਿਆਦਾ ਹੀ ਟਿਪੀਕਲ ਕੁਐਸਚਨ ਬਣਦਾ, ਉਹ ਮੈਂ ਜ਼ਰੂਰ ਕੁਐਸਚਨ ਆਫ ਦਾ ਡੇ ਦੇ ਸੈਸ਼ਨ ਦੇ ਵਿੱਚ ਡਿਸਕਸ ਕਰਾਉਂਗਾ। ਤਾਂ ਉਹ ਕੁਐਸਚਨ ਬੱਚੇ ਅੱਜ ਵਾਲਾ ਮੈਂ ਟਾਈਟਲ ਤੋਂ ਮੋਟਾ ਜਿਹਾ ਸਮਝ ਲੱਗਿਆ ਹੋਊਗਾ ਕਿ ਯਾਰ ਫਲੈਟ ਦੇ ਵਿੱਚ ਮੰਨ ਲਓ ਤੁਸੀਂ 3-4 ਜਣੇ ਆਲਰੇਡੀ ਰਹਿੰਦੇ ਹੋ ਤੇ ਜਿਹੜਾ ਕੁੱਲ ਖਰਚਾ ਹੋ ਰਿਹਾ ਹੈ ਉਹ ਤੁਸੀਂ 4 ਜਣੇ 'ਚ ਵੰਡੋਗੇ। ਹੁਣ ਪਿੰਡੋਂ ਇੱਕ ਪੰਜਵਾਂ ਮੁੰਡਾ ਹੋਰ ਆ ਕੇ ਸਾਡੇ ਨਾਲ ਰਹਿਣ ਲੱਗ ਗਿਆ ਤਾਂ ਜਿੰਨਾ ਖਰਚਾ ਹੋ ਰਿਹਾ ਹੈ, ਜੇ ਤਾਂ ਪਹਿਲਾਂ ਜਿੰਨਾ ਹੀ ਖਰਚਾ ਹੋਵੇ ਤਾਂ ਉਹ ਜਿਹੋ ਜਿਹਾ 4 'ਚ ਵੰਡਿਆ ਜਾਂਦਾ ਸੀ ਉਹੋ ਜਿਹਾ 5 'ਚ ਵੰਡਿਆ ਜਾਊਗਾ, ਪਰ ਕੁਛ ਖਰਚਾ ਵਧੂਗਾ ਵੀ, ਪਹਿਲਾਂ ਨਾਲੋਂ ਥੋੜਾ ਜਿਹਾ ਜ਼ਿਆਦਾ ਖਰਚਾ ਹੋਊਗਾ। ਪਹਿਲਾਂ 4 ਜਣੇ ਜੋਗੀ ਤੁਸੀਂ ਸਬਜ਼ੀ ਖਰੀਦਦੇ ਸੀ ਮੰਡੀ 'ਚ, ਹੁਣ 5 ਜਣੇ ਜੋਗੀ ਖਰੀਦੋਗੇ। ਤੁਹਾਡੀ ਕੰਮ ਵਾਲੀ ਪਹਿਲਾਂ 4 ਜਣੇ ਦੇ ਕੱਪੜੇ ਧੋ ਕੇ ਜਾਂਦੇ ਸੀ, 4 ਜਣੇ ਦੀ ਰੋਟੀ ਲਾਉਂਦੀ ਸੀ, ਹੁਣ 5 ਜਣੇ ਦੇ ਕੱਪੜੇ ਧੋਊਗੀ, 5 ਜਣੇ ਦੀ ਰੋਟੀ ਲਾਊਗੀ। ਤਾਂ ਕੁਛ ਥੋੜਾ ਜਿਹਾ ਖਰਚਾ ਵੀ ਵਧੂਗਾ, ਤਾਂ ਉਹ ਨਵਾਂ ਖਰਚਾ ਜਿੰਨਾ ਵੀ ਹੋ ਜਾਊਗਾ ਵੱਧ ਕੇ ਹੁਣ ਉਹ 5 'ਚ ਵੰਡਿਆ ਜਾਣਾ। ਤਾਂ ਇਸ ਤਰ੍ਹਾਂ ਜਦੋਂ ਵੰਡ ਹੋਣੀ ਹੈ, ਇਸ ਤਰ੍ਹਾਂ ਜਦੋਂ ਐਵਰੇਜ ਨਿਕਲਣੀ ਹੈ ਤਾਂ ਆਪਾਂ ਦੇਖਣਾ ਕਿ ਭਾਈ ਉਦੋਂ ਫਿਰ ਸਾਡਾ ਕੁੱਲ ਖਰਚਾ ਪੁੱਛਿਆ ਜਾਂਦਾ ਤਾਂ ਕੁੱਲ ਖਰਚਾ ਕੀ ਹੋਊਗਾ, ਐਵਰੇਜ ਪੁੱਛੀ ਜਾਂਦੀ ਹੈ ਤਾਂ ਐਵਰੇਜ ਕੀ ਹੋਊਗੀ, ਉਹ ਹੋਊਗਾ ਸਵਾਲ। ਤਾਂ ਮੈਂ ਪਹਿਲਾਂ ਸਵਾਲ ਦਿਖਾ ਦੇਣਾ, ਫਿਰ ਮੈਂ ਇੱਕ ਐਗਜ਼ਾਮਪਲ ਲੈ ਕੇ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਇਹੀ ਐਗਜ਼ਾਮਪਲ ਲੈ ਕੇ ਥੋੜਾ ਜਿਹਾ ਕੁਐਸਚਨ ਨੂੰ ਡਿਟੇਲ 'ਚ ਸਮਝਾ ਦੂੰਗਾ, ਫਿਰ ਆਪਾਂ ਕੁਐਸਚਨਸ ਕਰਾਂਗੇ। ਤਾਂ ਬੱਚੇ ਕੁਐਸਚਨ ਕੀ ਹੈ ਤੁਹਾਡਾ, ਉਹ ਕਹਿੰਦੇ देयर वर 35 ਸਟੂਡੈਂਟਸ ਇਨ ਅ ਹੋਸਟਲ, ਬॉयਜ਼ ਹੋਸਟਲ ਦੀ ਗੱਲ ਹੋ ਰਹੀ ਹੈ। ਕਹਿੰਦੇ 35 ਸਟੂਡੈਂਟ ਰਹਿ ਰਹੇ ਨੇ। ਇਫ ਦਾ ਨੰਬਰ ਆਫ ਸਟੂਡੈਂਟਸ ਬੀ ਇਨਕਰੀਜ਼ਡ ਬਾਈ 7, ਉਹ ਕਹਿੰਦੇ ਪਹਿਲਾਂ 35 ਸਟੂਡੈਂਟਸ ਰਹਿੰਦੇ ਸੀ, ਜੇ ਨੰਬਰ 7 ਵਧਾ ਦਈਏ ਯਾਨੀ ਕਿ 42 ਸਟੂਡੈਂਟ ਹੋ ਜਾਣ, ਐਂਡ ਦਾ ਐਕਸਪੈਂਡੀਚਰ ਔਨ ਫੂਡ ਇਨਕਰੀਜ਼ਸ ਬਾਈ ₹42 ਪਰ ਡੇ। ਤਾਂ 35 ਸਟੂਡੈਂਟ ਜਦੋਂ ਰਹਿੰਦੇ ਸੀ, 35 ਮੁੰਡੇ ਜਦੋਂ ਰਹਿੰਦੇ ਸੀ, ਉਦੋਂ ਉਹਨਾਂ ਦਾ ਕੁੱਲ ਰੋਟੀ ਦਾ ਕੋਈ ਖਰਚਾ ਸੀਗਾ, ਉਹ 35 ਜਣਿਆਂ 'ਚ ਵੰਡਿਆ ਜਾਂਦਾ ਸੀ ਤਾਂ 35 ਦੀ ਕੋਈ ਐਵਰੇਜ ਨਿਕਲਦੀ ਸੀ। ਉਹ ਕਹਿੰਦੇ ਬੱਚੇ 7 ਵੱਧ ਗਏ ਯਾਨੀ ਕਿ 42 ਹੋ ਗਏ ਤੇ ਜਿਹੜਾ ਉਹਨਾਂ ਦਾ ਰੋਜ਼ ਦਾ ਕੁੱਲ ਖਰਚਾ ਸੀਗਾ ਉਹ ਵੀ ₹42 ਵੱਧ ਗਿਆ ਦਿਹਾੜੀ ਦਾ। ਵਾਈਲ ਦਾ ਐਵਰੇਜ ਐਕਸਪੈਂਡੀਚਰ ਆਫ ਸਟੂਡੈਂਟਸ ਇਜ਼ ਰਿਡਿਊਸਡ ਬਾਈ ₹1, ਪਰ ਐਵਰੇਜ ਇੱਕ ਘਟ ਗਈ। ਮੈਂ ਥੋੜਾ ਜਿਹਾ ਇਹਨੂੰ ਐਕਸਪਲੇਨ ਕਰੂੰਗਾ ਪੰਜਾਬੀ ਦੇ ਵਿੱਚ। ਉਹ ਕਹਿੰਦੇ ਵਟ ਵਾਸ ਦਾ ਇਨੀਸ਼ੀਅਲ ਐਕਸਪੈਂਡੀਚਰ ਔਨ ਫੂਡ ਪਰ ਡੇ, ਤਾਂ ਰੋਜ਼ ਦਾ ਜਿਹੜਾ ਖਰਚਾ ਹੋ ਰਿਹਾ ਸੀ ਖਾਣੇ ਦੇ ਉੱਤੇ, ਰੋਟੀ ਦੇ ਉੱਤੇ, ਇਨੀਸ਼ੀਅਲੀ ਕਿੰਨਾ ਹੋ ਰਿਹਾ ਸੀ ਇਹ ਦੱਸਣਾ। ਤਾਂ ਬੱਚੇ ਤੁਸੀਂ ਮਤਲਬ ਵੀ ਐਕਸਪਲੇਨੇਸ਼ਨ ਚੰਗੀ ਤਰ੍ਹਾਂ ਸਮਝੋ। ਹੋਸਟਲ 'ਚ ਪਹਿਲਾਂ 35 ਜਣੇ ਰਹਿੰਦੇ ਸੀ, ਕੁੱਲ ਕੁਛ ਖਰਚਾ ਹੁੰਦਾ ਸੀ, ਮੰਨ ਲਓ ₹500 ਦਾ ਖਰਚਾ ਹੁੰਦਾ ਸੀਗਾ ਉਹਨਾਂ ਦਾ, ਤਾਂ ₹500 ਦਾ 35 'ਚ ਵੰਡਿਆ ਜਾਂਦਾ ਸੀ, ਕੁਛ ਐਵਰੇਜ ਨਿਕਲਦੀ ਹੋਣੀ ਹੈ 500/35 ਕਰਕੇ ਜੋ ਮਰਜ਼ੀ ਮੰਨ ਲਓ। ਉਹ ਕਹਿੰਦੇ ਬੱਚਿਆਂ ਦੀ ਗਿਣਤੀ 7 ਵੱਧ ਗਈ ਯਾਨੀ ਕਿ 35 ਤੋਂ ਹੋ ਗਏ 42, ਤੇ ਜਿਹੜਾ ਕੁੱਲ ਖਰਚਾ ਸੀ ਜਿਹਨੂੰ ਮੈਂ 500 ਵੈਸੇ ਕਹਿ ਰਿਹਾ ਉਹ ਹੋ ਗਿਆ ਕਹਿੰਦੇ ₹42 ਜ਼ਿਆਦਾ, ₹542 ਹੋ ਗਿਆ। ਤਾਂ ਹੁਣ ਨਵੀਂ ਐਵਰੇਜ ਕੀ ਆਊਗੀ, ਨਵੀਂ ਐਵਰੇਜ ਆਊਗੀ ਕਿ ₹542 42 ਬੱਚਿਆਂ 'ਚ ਵੰਡੇ ਜਾਣਗੇ ਕਿਉਂਕਿ ਖਰਚਾ ₹42 ਵੱਧ ਗਿਆ, ਬੱਚੇ ਵੀ 35 ਤੋਂ 7 ਵੱਧ ਗਏ ਤਾਂ 42 ਹੋ ਗਏ। ਤਾਂ ਨਵੀਂ ਐਵਰੇਜ ਹੈ ਜਿਹੜੀ ਉਹ ਕਹਿੰਦੇ ਪੁਰਾਣੀ ਤੋਂ ਇਜ਼ ਰਿਡਿਊਸਡ ਬਾਈ 1, ਪੁਰਾਣੀ ਤੋਂ ਇੱਕ ਘੱਟ ਆ, ਤਾਂ ਇਨੀਸ਼ੀਅਲ ਖਰਚਾ ਦੱਸਣਾ। ਤਾਂ ਬੱਚੇ ਇਸ ਕੁਐਸਚਨ ਨੂੰ ਸੋਲਵ ਕਰਵਾਉਣ ਦੇ ਲਈ ਇੱਕ ਤਾਂ ਮੈਂ ਇਕੁਏਸ਼ਨ ਬਣਾ ਕੇ ਦੱਸ ਦੇਣਾ, ਇਕੁਏਸ਼ਨ ਬਣਾ ਕੇ ਤੁਸੀਂ ਕਰ ਲਓ, ਆਨਸਰ ਕੱਢ ਲਓ। ਇੱਕ ਮੈਂ ਇਸ ਕੁਐਸਚਨ ਨੂੰ ਥੋੜਾ ਜਿਹਾ ਐਕਸਪਲੇਨ ਕਰਦਾ। ਆਪਾਂ ਐਗਜ਼ਾਮਪਲ ਲੈਂਦੇ ਹਾਂ ਕਿ ਮੰਨ ਲਓ ਚੰਡੀਗੜ੍ਹ ਦੇ ਵਿੱਚ ਤੁਸੀਂ 3 ਜਣੇ ਫਲੈਟ ਲੈ ਕੇ ਰਹਿ ਰਹੇ ਹੋ, ਤਾਂ 3 ਜਣੇ ਫਲੈਟ ਲੈ ਕੇ ਰਹਿ ਰਹੇ ਨੇ, ਮੰਨ ਲਓ 3 ਸਟੂਡੈਂਟਸ ਨੇ, ਉਹ 3 ਸਟੂਡੈਂਟਸ ਦਾ ਖਰਚਾ ਆ ਰਿਹਾ ਰਹਿਣ ਦਾ ₹1800 ਆ ਰਿਹਾ ਬੱਚੇ ਕੁੱਲ ਖਰਚਾ ਜਿਹੜਾ ਕਿ ਐਕਸਪੈਂਡੀਚਰ ਹੈ। ਹੁਣ ਇਹ ਐਕਸਪੈਂਡੀਚਰ ਦੀ ਐਵਰੇਜ ਕੀ ਨਿਕਲਦੀ ਹੈ ਬੱਚੇ, ₹1800 3 ਜਣੇ 'ਚ ਵੰਡੇ ਜਾਣਗੇ ਤਾਂ ਸਭ ਨੂੰ ਪਤਾ ਕਿ ਐਵਰੇਜ 600 ਨਿਕਲੂਗੀ। ਮੈਂ ਆਪਣੇ ਵੱਲੋਂ ਇੱਕ ਇਨੀਸ਼ੀਅਲ ਵੈਲਿਊਜ਼ ਲੈ ਕੇ ਕੇਸ ਜਨਰੇਟ ਕਰ ਲਿਆ ਕਿ ਭਾਈ ਚੰਡੀਗੜ੍ਹ 'ਚ ਫਲੈਟ ਲੈ ਕੇ ਮੁੰਡੇ 3 ਰਹਿੰਦੇ ਆ, ਉਹਨਾਂ ਦਾ ਕੁੱਲ ਖਰਚਾ ₹1800 ਆ, ਤਾਂ ਉਹਨਾਂ ਦੀ ਐਵਰੇਜ ਕੱਢੀ ਤਾਂ ₹1800 3 ਜਣੇ 'ਚ ਬਰਾਬਰ ਵੰਡਣਗੇ ₹600 ਆ ਗਏ। ਹੋਇਆ ਕਿ ਥੋੜੇ ਦਿਨਾਂ ਬਾਅਦ ਉਹਨਾਂ ਦੇ ਪਿੰਡੋਂ ਇੱਕ ਮੁੰਡਾ ਹੋਰ ਆ ਕੇ ਰਹਿਣ ਲੱਗ ਗਿਆ, ਤਾਂ ਮੁੰਡੇ ਜਿਹੜੇ ਪਹਿਲਾਂ 3 ਰਹਿੰਦੇ ਸੀ ਉਹ ਕਿੰਨੇ ਹੋ ਗਏ, ਉਹ ਹੋ ਗਏ 4 ਮੁੰਡੇ ਹੋ ਗਏ। ਤਾਂ ਖਰਚਾ ਉਹਨਾਂ ਦਾ ਕੀ, ਖਰਚਾ ਹੁਣ 1800 ਨਹੀਂ ਰਿਹਾ। ਉਹਨਾਂ ਦੀ ਕੰਮ ਵਾਲੀ ਆਂਟੀ ਕਹਿੰਦੀ मतलब भी वैसे की बनता सीगा कि भाई 1800 रुपये खर्चा 3 जने का, 4 जने का 2400 हो जाता। पर उन्होंने कम वाली आंटी कहती यार ऐ देखो भी
ਜਿਹੇ ਜੀ ਮੈਂ 3 ਜਣੇ ਦੀ ਰੋਟੀ ਲਾਉਂਦੀ ਸੀ ਉਹੀ ਜੀ ਮੈਂ 4 ਜਣੇ ਦੀ 2 ਫੁਲਕੇ ਵੱਧ ਲਾ ਦੂੰਗੀ, ਕੋਈ ਬਹੁਤਾ ਫਰਕ ਤਾਂ ਪਿਆ ਨਹੀਂ। ਕੱਪੜੇ ਧੋਣ ਵਾਲਾ ਜਿਹੇ ਜਿਹਾ ਮੈਂ ਮਸ਼ੀਨ 'ਚ 3 ਜਣੇ ਦੇ ਸੁੱਟਨੇ ਉਹੋ ਜਿਹੇ 4 ਜਣੇ ਦੇ ਸੁੱਟ ਦੂੰਗੀ। ਮਤਲਬ ਘਰੇ ਜਿਹੜਾ ਤੁਸੀਂ ਖਲਾਰਾ ਜਿਹਾ ਪਾਉਣਾ ਉਹ ਮੈਂ 3 ਜਣੇ ਦਾ ਸਾਂਭਦੀ ਸੀ ਉਹ ਮੈਂ 4 ਦਾ ਸਾਂਭ ਦੂੰਗੀ। ਮੇਰਾ ਕੰਮ ਨਹੀਂ ਇੰਨਾ ਜ਼ਿਆਦਾ ਵਧਿਆ ਹੈਗਾ। ਤੁਸੀਂ ਜਿਹੇ ਜਿਹੇ ਮੇਰੇ ਲਈ 3 ਸੀ 19-21 ਦੇ ਫਰਕ ਤੇ 4 ਹੋ, ਤਾਂ ਤੁਸੀਂ ਐਂ ਕਰੋ ਵੀ 3 ਜਣਿਆਂ ਦਾ ਜੋ ਤੁਸੀਂ 1800 ਦਿੰਦੇ ਸੀ ਮੈਨੂੰ, 4 ਜਣਿਆਂ ਦਾ 2400 ਨਾ ਦਿਓ, ਤੁਸੀਂ 2000 ਰੁਪਏ ਦੇ ਦਿਓ। ਤਾਂ ਕੰਮ ਵਾਲੀ ਨੂੰ ਤਾਂ ਇਹ ਫਾਇਦਾ ਹੋ ਗਿਆ ਵੀ ਉਹਨੇ ਕੋਈ ਕੰਮ ਤਾਂ ਉਹਦਾ ਜ਼ਿਆਦਾ ਵਧਿਆ ਨਹੀਂ ਹੈਗਾ। ਜਦੋਂ ਉਹਨੇ ਚੁੱਲ੍ਹਾ ਬਾਲਣਾ ਹੈ ਤਾਂ ਜਿਹੇ ਜਿਹੇ 3 ਜਣੇ ਦੇ ਰੋਟੀਆਂ ਲਾਹੀਆਂ ਉਹੇ ਜਿਹੇ 4 ਜਣੇ ਦੇ ਲਾ ਦੂਗੀ। ਸਫਾਈ ਸਾਰੇ ਘਰ ਦੀ ਉਵੇਂ ਕਰਨੀ ਹੈ। ਮਸ਼ੀਨ 'ਚ ਕੱਪੜੇ ਜਿਹੇ ਜਿਹੇ 3 ਦੇ ਧੋਤੇ ਉਹੇ ਜਿਹੇ 4 ਦੇ ਧੋਤੇ, ਤਾਂ ਕੋਈ ਕੰਮ ਤਾਂ ਉਹਦਾ ਉਨਾ ਕੀ ਰਹਿ ਗਿਆ, ਕੰਮ ਨਹੀਂ ਕੋਈ ਬਹੁਤਾ ਵਧਿਆ, ਤਾਂ ਉਹਨੂੰ 200 ਰੁਪਏ ਦਾ ਫਾਇਦਾ ਹੋ ਗਿਆ। ਤੇ ਇਹ 2000 ਰੁਪਏ ਜਿਹੜੇ ਹੋ ਗਏ, 200 ਰੁਪਏ ਵੱਧ ਕੇ 2000 ਰੁਪਏ ਜਿਹੜੇ ਹੋ ਗਏ ਉਹ 4 ਜਣਿਆਂ 'ਚ ਵੰਡੇ ਜਾਣੇ ਆ, ਤਾਂ ਬੱਚੇ 4ਾਂ ਦੀ ਐਵਰੇਜ ਕੀ ਆ ਗਈ 500। ਤਾਂ ਬੱਚੇ ਖਰਚਾ ਤਾਂ ਵਧਿਆ ਪਰ ਐਵਰੇਜ ਘਟ ਗਈ। ਤਾਂ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਪਹਿਲਾਂ 3 ਜਣਿਆਂ ਦਾ ਖਰਚਾ ਸੀਗਾ 1800 ਰੁਪਏ, 3 ਜਣਿਆਂ ਦਾ ਖਰਚਾ 1800 ਸੀ। ਐਕਸਪੈਂਡੀਚਰ ਜਦੋਂ 200 ਰੁਪਏ ਇਨਕਰੀਜ਼ ਹੋਇਆ, ਬੱਚੇ 4 ਹੋ ਗਏ, ਤਾਂ ਐਵਰੇਜ ਕਹਿੰਦੇ 100 ਰੁਪਏ ਘਟ ਗਈ। ਇਹੀ ਆਪਣਾ ਕੁਐਸਚਨ ਹੈ ਜਿਹੜਾ ਮੈਂ ਕੁਐਸਚਨ ਦਿਖਾ ਰਿਹਾ ਕਿ ਇਨੀਸ਼ੀਅਲੀ 35 ਬੱਚੇ ਨੇ, ਕੁਛ ਵੀ ਖਰਚਾ ਹੋਣਾ, ਸਾਨੂੰ 1800 ਨਹੀਂ ਗਿਵਨ ਹੈਗਾ, ਇਹ ਆਪਾਂ ਕੁਐਸਚਨ 'ਚ ਫਾਈਂਡ ਕਰਨਾ ਹੈ ਇਨੀਸ਼ੀਅਲ ਐਕਸਪੈਂਡੀਚਰ। ਉਹ ਕਹਿੰਦੇ 3 ਬੱਚਿਆਂ ਦਾ ਕੋਈ ਖਰਚਾ ਹੁੰਦਾ ਹੋਣਾ, ਕੋਈ ਐਵਰੇਜ ਹੋਣੀ ਹੈ। ਉਹ ਕਹਿੰਦੇ ਜਦੋਂ 3 ਦੇ 4 ਬੱਚੇ ਹੋ ਗਏ ਉਹਨਾਂ ਦਾ ਖਰਚਾ 200 ਰੁਪਏ ਵੱਧ ਗਿਆ ਤਾਂ ਐਵਰੇਜ 100 ਰੁਪਏ ਘਟ ਗਈ। ਨਾ ਤਾਂ ਬੱਚੇ ਸਾਨੂੰ ਇਹ ਪਤਾ ਹੈ ਤਾਂ ਓਬਵੀਅਸਲੀ ਫਿਰ 200 ਰੁਪਏ ਵੱਧ ਕੇ ਖਰਚਾ ਕੀ ਹੋ ਜੂ ਇਹ ਨਹੀਂ ਪਤਾ। ਜੇ ਐਕਸਪੈਂਡੀਚਰ ਨਹੀਂ ਪਤਾ ਤਾਂ ਬੱਚੇ ਸਾਨੂੰ ਐਵਰੇਜ ਵੀ ਨਹੀਂ ਪਤਾ। ਸਾਨੂੰ ਬਸ ਆਹ ਪਤਾ ਹੈ ਕਿ ਭਾਈ ਪਹਿਲਾਂ 3 ਬੱਚੇ ਸੀ, ਕੁਛ ਵੀ ਐਕਸਪੈਂਡੀਚਰ ਸੀਗਾ ਤਾਂ ਕੁਛ ਐਵਰੇਜ ਨਿਕਲਦੀ ਹੋਣੀ ਹੈ। ਬੱਚੇ 4 ਹੋ ਗਏ, ਐਕਸਪੈਂਡੀਚਰ ਅਸੀਂ ਸਿਰਫ 200 ਰੁਪਏ ਵਧਾਇਆ ਤਾਂ ਐਵਰੇਜ 100 ਘਟ ਗਈ। ਤਾਂ ਬੱਚੇ ਇਹਦੀ ਵੈਲਿਊ ਕੱਢੋ 1800 ਰੁਪਏ। ਆਨਸਰ ਕਿਵੇਂ ਆਊਗਾ? ਤਾਂ ਇਸ ਕੁਐਸਚਨ ਨੂੰ ਕਰਨ ਦਾ ਇੱਕ ਸੌਖਾ ਤਰੀਕਾ, ਜੇ ਕਿਤੇ ਐਕਸਪੈਂਡੀਚਰ ਨਾ ਵਧਾਇਆ ਹੁੰਦਾ, ਜੇ ਬੱਚੇ ਐਕਸਪੈਂਡੀਚਰ ਨਾ ਵਧਾਇਆ ਹੁੰਦਾ ਤਾਂ 1800 ਰੁਪਏ 3 'ਚ ਵੰਡੇ 600 ਆ ਗਿਆ ਸੀ। 1800 ਰੁਪਏ ਹੀ 4 'ਚ ਵੰਡਦੇ ਤਾਂ 450 ਆ ਜਾਂਦਾ ਨਾ। ਜੇ 1800 ਰੁਪਏ ਰਹਿੰਦਾ ਤਾਂ 450 ਐਵਰੇਜ ਆ ਜਾਂਦੀ। ਤਾਂ ਬੱਚੇ 3 ਤੇ 4 ਜਾਣਿਆਂ ਦੀ ਐਵਰੇਜ ਕੱਢਣੀ ਹੈ। ਤਾਂ ਜੇ ਕਿਤੇ ਪ੍ਰਾਈਸ ਸੇਮ ਹੁੰਦਾ ਅਸੀਂ ਐਲਸੀਐਮ ਲੈ ਲੈਂਦੇ। 3 ਤੇ 4 ਦਾ ਐਲਸੀਐਮ ਲੈ ਕੇ 12 ਰੁਪਏ ਆ ਗਿਆ। 12 ਰੁਪਏ ਦੇ ਹਿਸਾਬ ਨਾਲ ਐਵਰੇਜ ਕੀ ਬਣੀ? 3 ਜਣੇ ਦੇ 12 ਰੁਪਏ ਵੰਡੇ 4 ਰੁਪਏ ਐਵਰੇਜ, 4 ਜਣੇ 'ਚ 12 ਰੁਪਏ ਵੰਡੇ 3 ਰੁਪਏ ਐਵਰੇਜ। ਕਿੰਨਾ ਡਿਫਰੈਂਸ ਆ ਗਿਆ? 1 ਰੁਪਏ ਦਾ ਡਿਫਰੈਂਸ ਆ ਗਿਆ। ਪਰ ਉਹ 1 ਰੁਪਏ ਦਾ ਡਿਫਰੈਂਸ ਕਿਹਦੇ ਬਰਾਬਰ ਹੋਣਾ ਸੀ? 150, ਕਿਉਂਕਿ ਜੇ ਇੱਥੇ 1800 ਹੁੰਦਾ ਤਾਂ 450 ਆ ਜਾਂਦਾ, 150 ਦਾ ਫਰਕ। 1 ਦੀ ਵੈਲਿਊ 150 ਹੈ ਤਾਂ ਟੋਟਲ 12 ਦੀ ਵੈਲਿਊ ਬੱਚੇ ਤੁਹਾਡਾ ਆਨਸਰ ਆ ਜਾਂਦਾ 12 ਗੁਣਾ 150, 1800 ਰੁਪਏ। ਤਾਂ ਇਹ ਸਭ ਤੋਂ ਸੌਖਾ ਤਰੀਕਾ ਰਹਿੰਦਾ ਇਸ ਕੁਐਸਚਨ ਨੂੰ ਬਿਨਾਂ ਇਕੁਏਸ਼ਨ ਤੋਂ, ਬਿਨਾਂ ਹੋਰ ਕੋਈ ਚੀਜ਼ ਦੇਖਿਆ। ਅਸੀਂ ਐਲਸੀਐਮ ਕੀ ਲੈ ਲਿਆ? ਐਲਸੀਐਮ ਲੈ ਲਿਆ ਅਸੀਂ ਆਪਣੇ ਵੱਲੋਂ ਟੋਟਲ ਐਕਸਪੈਂਡੀਚਰ, ਕਿਉਂਕਿ ਉਹ 3 ਬੱਚਿਆਂ ਤੇ 4 ਬੱਚਿਆਂ ਦਾ ਬਰਾਬਰ ਹੈ। ਅਸਲ ਕੁਐਸਚਨ 'ਚ ਬਰਾਬਰ ਨਹੀਂ ਹੈਗਾ। ਮੈਂ ਕਹਿ ਰਿਹਾ ਕਿ ਜੇ ਕਿਤੇ ਬਰਾਬਰ ਹੁੰਦਾ ਤਾਂ 3 ਦਾ ਵੀ ਐਕਸਪੈਂਡੀਚਰ ਉਨਾ ਹੀ ਹੈ, 4 ਦਾ ਵੀ ਉਨਾ ਹੀ ਹੈ, ਤਾਂ ਐਲਸੀਐਮ ਲੈ ਲੈਂਦੇ। 12 ਅਸਿਊਮ ਕਰ ਲਿਆ ਤਾਂ ਐਵਰੇਜ ਆ ਗਈ ਇੱਧਰ 4 ਇੱਧਰ 3। ਕਿੰਨਾ ਫਰਕ ਹੈ ਐਵਰੇਜ 'ਚ? 1 ਰੁਪਏ ਦਾ। ਪਰ ਅਸਲ 'ਚ ਕਿੰਨਾ ਫਰਕ ਹੁੰਦਾ? 150 ਰੁਪਏ ਦਾ, ਕਿਉਂਕਿ ਫਿਰ 450 ਹੋਣਾ ਸੀ ਜੇ 1800 ਰੁਪਏ ਲੈਂਦੇ। ਤਾਂ 150 ਰੁਪਏ ਦਾ ਫਰਕ ਹੈ ਜੋ ਕਿ ਰੇਸ਼ੀਓ 'ਚ 1 ਹੈ, ਉਹ 150 ਦੇ ਬਰਾਬਰ। ਤਾਂ ਟੋਟਲ 12, 150 ਗੁਣਾ ਕਰਕੇ ਆਨਸਰ ਆ ਜਾਂਦਾ 1800। ਕਦੋਂ? ਜਦੋਂ ਐਕਸਪੈਂਡੀਚਰ ਸੇਮ ਰਹਿੰਦਾ। ਪਰ ਕੁਐਸਚਨ 'ਚ ਤਾਂ ਐਗਜ਼ਾਮੀਨਰ ਕਹਿ ਰਿਹਾ ਕਿ ਐਕਸਪੈਂਡੀਚਰ ਇਜ਼ ਇਨਕਰੀਜ਼ਡ ਬਾਈ 42 ਰੁਪਏ। ਤਾਂ ਬੱਚੇ ਤੁਸੀਂ ਕੀ ਕਰਨਾ ਹੈ? ਤੁਸੀਂ ਆਹ ਕੰਮ ਕਰਨਾ ਤਾਂ ਹੈਗਾ ਪਰ ਹਲੇ ਨਹੀਂ ਕਰਨਾ। ਤੁਸੀਂ ਇਹ ਦੇਖੋ ਕਿ ਭਾਈ ਐਵਰੇਜ ਦੇ ਵਿੱਚ 100 ਰੁਪਏ ਦਾ ਫਰਕ ਪੈ ਰਿਹਾ, ਪਰ ਕਦੋਂ? ਜਦੋਂ ਐਕਸਪੈਂਡੀਚਰ 200 ਵਧਾਇਆ। ਸਾਨੂੰ ਯਾਰ ਆਹ ਰੜਕਦਾ ਨਾ, ਐਕਸਪੈਂਡੀਚਰ 200 ਵਧਾਤਾ। ਸਾਡਾ ਕੁਐਸਚਨ ਤਾਂ ਉਦੋਂ ਹੀ ਸੌਖਾ ਰਹਿ ਰਿਹਾ ਜਦੋਂ ਐਕਸਪੈਂਡੀਚਰ ਸੇਮ ਆ। ਤਾਂ ਐਕਸਪੈਂਡੀਚਰ ਸੇਮ ਕਰੋ। ਸੇਮ ਕਰਨ ਦੇ ਲਈ ਬੱਚੇ ਤੁਸੀਂ ਕੀ ਕਰਨਾ ਹੈ? ਜਿਹੜਾ 200 ਰੁਪਏ ਐਕਸਪੈਂਡੀਚਰ ਵਧਾਇਆ ਸੀ ਉਹਨੂੰ ਵਾਪਸ 200 ਰੁਪਏ ਘਟਾ ਦਿਓ ਤਾਂ ਇੱਥੇ ਹੀ ਵਾਪਸ ਆ ਜਾਾਂਗੇ। ਇੰਨਾ ਹੀ ਐਕਸਪੈਂਡੀਚਰ ਹੋ ਜਾਊਗਾ। ਬੱਚੇ ਸਾਨੂੰ 1800 ਪਤਾ ਨਹੀਂ ਮੈਂ ਕਾਟਾ ਮਾਰਿਆ ਹੋਇਆ, ਤਾਂ ਜਿੰਨਾ ਵੀ ਆ ਉਹ ਐਕਸਪੈਂਡੀਚਰ ਬਰਾਬਰ ਸੇਮ ਰਹਿ ਗਿਆ। ਤਾਂ ਜਿਹੜਾ 200 ਰੁਪਏ ਖਰਚਾ ਘਟ ਗਿਆ ਉਹ 4 ਦਾ ਘਟੂਗਾ। ਤਾਂ 4 ਦਾ 200 ਰੁਪਏ ਘਟਿਆ ਤਾਂ 200 4 ਦਾ ਘਟਣ ਦਾ ਮਤਲਬ 50 ਰੁਪਏ ਹੋਰ ਘਟ ਗਿਆ। ਤਾਂ ਹੀ ਮੈਂ ਕਿਹਾ ਸੀ ਕਿ 100 ਰੁਪਏ ਘਟਿਆ, 50 ਹੋਰ ਘਟ ਗਿਆ ਤਾਂ 150 ਰੁਪਏ ਦਾ ਫਰਕ ਪੈ ਗਿਆ। ਤਾਂ ਐਵਰੇਜ ਦੇ ਵਿੱਚ 150 ਰੁਪਏ ਦਾ ਫਰਕ ਪੈ ਗਿਆ। ਤੁਸੀਂ ਉਹ ਜਿਹੜਾ
3 ਤੇ 4 ਨੂੰ ਬਰਾਬਰ ਰੱਖ ਕੇ ਐਲਸੀਐਮ ਲਿਆ ਸੀਗਾ ਖਰਚਾ ਤੇ ਐਵਰੇਜ ਕੱਢੀ। ਐਵਰੇਜ ਦੇ ਵਿੱਚ ਤੁਹਾਡਾ 4 ਰੁਪਏ ਪਹਿਲਾਂ ਐਵਰੇਜ ਆ ਗਈ, 3 ਜਣਿਆਂ ਦਾ 12 ਰੁਪਏ, 4 ਜਣਿਆਂ ਦੇ 12 ਰੁਪਏ, ਐਵਰੇਜ 3 ਆ ਗਈ, ਡਿਫਰੈਂਸ 1 ਰੁਪਿਆ ਆ ਗਿਆ। 1 ਦੀ ਵੈਲਿਊ 150 ਤਾਂ 12 ਦੀ ਵੈਲਿਊ 12 ਗੁਣਾ 150 ਬੱਚੇ ਤੁਹਾਡਾ ਆਨਸਰ 1800 ਰੁਪਏ ਆ ਗਿਆ ਸੀਗਾ। ਤਾਂ ਇਸ ਤਰ੍ਹਾਂ ਅਸੀਂ ਇਨੀਸ਼ੀਅਲ ਐਕਸਪੈਂਡੀਚਰ ਕੱਢ ਲਾਂਗੇ। ਇਨੀਸ਼ੀਅਲ ਐਕਸਪੈਂਡੀਚਰ ਕੱਢਣ ਵੇਲੇ ਤੁਸੀਂ ਇਹ ਕਰਨਾ ਹੈ ਕਿ ਜਿਹੜਾ ਐਕਸਪੈਂਡੀਚਰ ਇਨਕਰੀਜ਼ ਕੀਤਾ ਸੀ ਉਹ ਇਨਕਰੀਜ਼ ਨਾ ਹੋਣ ਦਵੋ। ਜਿਹੜਾ ਇਨਕਰੀਜ਼ ਕੀਤਾ ਸੀ 200 ਉਹ ਨਾ ਹੋਣ ਦਵੋ। ਤਾਂ 200 ਇਨਕਰੀਜ਼ ਕਰਕੇ ਤਾਂ ਐਵਰੇਜ 100 ਘਟੀ ਸੀਗੀ, ਪਰ ਜੇ ਉਹ ਵੀ ਨਾ 200 ਇਨਕਰੀਜ਼ ਹੋਣ ਦਈਏ, ਮਾਈਨਸ ਕਰ ਦਈਏ ਵਾਪਸ, ਤਾਂ 50 ਰੁਪਏ ਐਵਰੇਜ ਹੋਰ ਘਟ ਗਈ। ਤਾਂ ਓਵਰਆਲ ਤੁਹਾਡੀ ਐਵਰੇਜ ਬੱਚੇ 150 ਰੁਪਏ ਘਟੀ ਹੈ। ਰੇਸ਼ੋ 'ਚ ਜਦੋਂ ਐਕਸਪੈਂਡੀਚਰ 12 ਮੰਨ ਲਿਆ ਤਾਂ ਉਹਦੇ ਹਿਸਾਬ ਨਾਲ 1 ਰੁਪਇਆ ਘਟਿਆ। 1 ਦੀ ਵੈਲਿਊ 150 ਹੈ ਤਾਂ 12 ਦੀ ਵੈਲਿਊ 1800 ਰੁਪਏ ਆਨਸਰ ਆਜੂ। ਹੁਣ ਤੁਸੀਂ ਕੁਐਸਚਨ ਦੇਖੋ ਬੱਚੇ। ਕੁਐਸਚਨ ਹੈ ਕਿ ਪਹਿਲਾਂ 35 ਸਟੂਡੈਂਟ ਨੇ, ਉਹਨਾਂ ਦਾ ਕੋਈ ਇਨੀਸ਼ੀਅਲ ਐਕਸਪੈਂਡੀਚਰ ਹੈ ਤਾਂ ਕੁਛ ਉਹਨਾਂ ਦੀ ਐਵਰੇਜ ਨਿਕਲਦੀ ਆ। ਕੁਛ ਇਨੀਸ਼ੀਅਲ ਐਕਸਪੈਂਡੀਚਰ ਹੈ ਤਾਂ ਕੋਈ ਉਹਨਾਂ ਦੀ ਐਵਰੇਜ ਨਿਕਲਦੀ ਆ। ਉਹ ਕਹਿੰਦੇ ਜੇ ਬੱਚਿਆਂ ਦੀ ਗਿਣਤੀ 35 ਤੋਂ 42 ਹੋ ਜੇ ਤੇ ਐਕਸਪੈਂਡੀਚਰ ਇਜ਼ ਇਨਕਰੀਜ਼ਡ ਬਾय 42, ਐਕਸਪੈਂਡੀਚਰ 42 ਇਨਕਰੀਜ਼ ਕਰ ਦਈਏ ਤਾਂ ਐਵਰੇਜ 1 ਡਿਕਰੀਜ਼ ਹੁੰਦੀ ਆ। ਤਾਂ ਬੱਚੇ ਤੁਸੀਂ ਇਸ ਕੁਐਸਚਨ 'ਚ ਹੋਰ ਕੁਝ ਨਹੀਂ ਕਰਨਾ। ਆ ਜਿਹੜਾ 42 ਰੁਪਏ ਦਾ ਨਵਾਂ ਐਕਸਪੈਂਡੀਚਰ ਆ ਰਿਹਾ ਹੈ ਇਹਨੂੰ ਵਾਪਸ 42 ਡਿਕਰੀਜ਼ ਕਰੋ। 42 ਡਿਕਰੀਜ਼ ਹੋਊਗਾ 42 ਬੱਚਿਆਂ ਦਾ, ਤਾਂ ਹਰ ਇੱਕ ਦਾ 1-1 ਡਿਕਰੀਜ਼ ਹੋ ਜਾਊਗਾ। ਹਰ ਇੱਕ ਦਾ 1-1 ਡਿਕਰੀਜ਼ ਹੋ ਗਿਆ ਤਾਂ ਓਵਰਆਲ ਬੱਚੇ ਤੁਹਾਡੀ ਐਵਰੇਜ 2 ਰੁਪਏ ਡਿਕਰੀਜ਼ ਕਰ ਜੂਗੀ ਜਦੋਂ ਐਕਸਪੈਂਡੀਚਰ ਤੁਹਾਡਾ ਵਾਪਸ ਸੇਮ ਰਹਿ ਗਿਆ। ਤਾਂ ਤੁਸੀਂ ਇਸ ਕੁਐਸਚਨ 'ਚ ਆਹ ਕੰਮ ਕਰਨਾ ਹੈ ਕਿ 42 ਐਕਸਪੈਂਡੀਚਰ ਇਨਕਰੀਜ਼ ਕਰਕੇ ਐਵਰੇਜ 1 ਘਟਦੀ ਹੈ ਤਾਂ ਆਹ 42 ਨਾ ਹੋਣ ਦਵੋ, ਇਹਨੂੰ ਵਾਪਸ ਡਿਕਰੀਜ਼ ਕਰੋ। ਤਾਂ ਉਹ ਜਿਹੜੇ 42 ਰੁਪਏ ਵਾਪਸ ਡਿਕਰੀਜ਼ ਕਰ ਰਹੇ ਆ ਉਹ 42 ਬੱਚਿਆਂ 'ਚ ਵੰਡੇ ਜਾਣਗੇ ਤਾਂ 1-1 ਰੁਪਇਆ ਹੋਰ ਘਟ ਜੂ, ਯਾਨੀ ਕਿ ਕੁੱਲ 2 ਰੁਪਏ ਘਟ ਗਈ ਐਵਰੇਜ। ਜਦੋਂ ਐਕਸਪੈਂਡੀਚਰ ਸੇਮ ਹੈ ਤਾਂ ਐਵਰੇਜ 2 ਘਟ ਗਈ। ਤਾਂ 35 ਤੇ 42 ਦਾ ਐਕਸਪੈਂਡੀਚਰ ਸੇਮ, ਐਲਸੀਐਮ ਆ ਗਿਆ 210 ਰੁਪਏ। 35 ਤੇ 42 ਦਾ ਐਕਸਪੈਂਡੀਚਰ ਸੇਮ, ਅਸੀਂ ਐਲਸੀਐਮ ਲੈ ਲਿਆ 210, ਤਾਂ ਇੱਥੇ ਐਵਰੇਜ 6, ਇੱਥੇ 5, ਡਿਫਰੈਂਸ 1 ਦਾ ਆ ਗਿਆ। 1 ਦੀ ਵੈਲਿਊ ਕੀ ਹੈ 2 ਰੁਪਏ, 1 ਦੀ ਵੈਲਿਊ ਡਿਫਰੈਂਸ 'ਚ ਕੀ ਹੈ 2 ਰੁਪਏ, ਤਾਂ 210 ਦੀ ਵੈਲਿਊ ਕੀ ਹੋ ਜੂ 2 ਗੁਣਾ ਕਰਕੇ 420। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਜੇ ਤੁਸੀਂ ਇਕੁਏਸ਼ਨ ਨਹੀਂ ਬਣਾਉਣੀ ਤਾਂ ਆਹ ਕੰਮ ਕਰ ਲੈਣਾ ਕਿ ਜਿਹੜੇ 42 ਰੁਪਏ ਵਧੇ ਸੀ ਉਹ ਨਾ ਵਧਣ ਦਿਓ, ਉਹ ਵਾਪਸ ਘਟਾਵਾਂਗੇ। ਤਾਂ 42 'ਚ 42 ਘਟ ਗਏ, 1 ਰੁਪਇਆ ਘਟ ਗਿਆ। 1 ਐਵਰੇਜ ਪਹਿਲਾਂ ਹੀ ਘਟਦੀ ਸੀ, 1 ਐਵਰੇਜ ਹੋਰ ਘਟ ਗਈ, ਤਾਂ ਓਵਰਆਲ 2 ਐਵਰੇਜ ਘਟ ਗਈ। ਫੇਰ ਹੋ ਗਿਆ ਐਕਸਪੈਂਡੀਚਰ ਬਰਾਬਰ, ਉਹ ਆ ਗਿਆ ਐਲਸੀਐਮ ਲੈ ਕੇ ਬਰਾਬਰ ਮੰਨ ਲਿਆ, ਉਹਦੇ ਹਿਸਾਬ ਨਾਲ 1 ਘਟੀ। ਅਸਲ 'ਚ 2 ਦੇ ਬਰਾਬਰ ਹੈ 2 ਗੁਣਾ, ਤਾਂ 210 ਦੀ ਵੈਲਿਊ 2 ਗੁਣਾ ਕਰਕੇ 420। ਇੱਕ ਤਰੀਕਾ ਇਸ ਕੁਐਸਚਨ ਦਾ ਹਮੇਸ਼ਾ ਇਹ ਰਹਿਣਾ ਹੈਗਾ। ਇਹਦੇ ਨਾਲ ਦੀ ਇੱਕ ਐਗਜ਼ਾਮਪਲ ਬੱਚੇ ਹੋਰ ਹੈ ਆਪਣੇ ਕੋਲ। ਕੁਐਸਚਨ ਦੇਖੋ ਕੀ ਆ। There were 50 students in a hostel. If the number of students is increased by 10, ਕਹਿੰਦੇ ਪਹਿਲਾਂ 50 ਬੱਚੇ ਸੀ ਉਹ 60 ਹੋ ਗਏ, and the expenditure on food increases by 100 per day while the average decreases by reduced by 1, ਤਾਂ what was the initial expenditure? ਤਾਂ ਬੱਚੇ ਧਿਆਨ ਨਾਲ ਦੇਖੋ, 50 ਸਟੂਡੈਂਟ, ਉਹਨਾਂ ਦਾ ਕੁਝ ਐਕਸਪੈਂਡੀਚਰ ਤੇ ਉਸ ਐਕਸਪੈਂਡੀਚਰ ਦੀ ਉਹਨਾਂ ਦੀ 50 ਦੀ ਬਣਦੀ ਕੋਈ ਐਵਰੇਜ। ਐਗਜ਼ਾਮੀਨਰ ਕਹਿੰਦਾ ਜੇ ਬੱਚੇ 50 ਦੀ ਜਗ੍ਹਾ ਹੋ ਜਾਣ 60, ਬੱਚੇ 10 ਇਨਕਰੀਜ਼ ਕਹਤੇ ਉਹਨੇ, 50 ਦੀ ਜਗ੍ਹਾ ਬੱਚੇ ਹੋ ਜਾਣ 10, ਐਕਸਪੈਂਡੀਚਰ ਜੇ ਅਸੀਂ 100 ਰੁਪਏ ਇਨਕਰੀਜ਼ ਕਰੀਏ ਤਾਂ ਐਵਰੇਜ ਕਹਿੰਦੇ 1 ਘਟਦੀ ਹੈ। ਇਹ ਤਾਂ ਐਗਜ਼ਾਮੀਨਰ ਨੇ ਕੁਐਸਚਨ 'ਚ ਕਿਹਾ। ਅਸੀਂ ਕੀ ਕਰਨਾ, ਅਸੀਂ ਪਹਿਲਾਂ ਜਿੰਨਾ ਐਕਸਪੈਂਡੀਚਰ ਸੇਮ ਰੱਖਣਾ ਹੈ, ਤਾਂ ਜਿਹੜਾ 100 ਰੁਪਏ ਇਨਕਰੀਜ਼ ਹੋਇਆ ਉਹਨੂੰ ਵਾਪਸ 100 ਰੁਪਏ ਡਿਕਰੀਜ਼ ਕਰਾਂਗੇ। 100 ਰੁਪਏ ਬਚਣਗੇ 60 ਦੇ, ਤਾਂ ਬੱਚੇ 100 ਰੁਪਏ ਜਿਹੜੇ 60 ਬੱਚਿਆਂ ਦੇ ਬਚਣਗੇ ਉਹ ਐਵਰੇਜ ਕਿੰਨੀ ਬਚ ਜੂਗੀ ਹੋਰ ਉਹਨਾਂ ਦੀ 100/60, ਯਾਨੀ ਕਿ 5/3। ਤਾਂ ਓਵਰਆਲ ਐਵਰੇਜ ਕਿੰਨੀ ਬਚ ਗਈ 1 ਰੁਪਏ, ਤਾਂ ਪਹਿਲਾਂ ਘਟਦੀ ਸੀ 5/3 ਹੋਰ ਘਟ ਜੂਗੀ, ਤਾਂ ਓਵਰਆਲ 8/3 ਘਟ ਗਈ। 8/3 ਘਟ ਗਈ ਜਦੋਂ ਐਕਸਪੈਂਡੀਚਰ ਤੁਸੀਂ ਵਾਪਸ ਉਹਨੂੰ ਉੱਥੇ ਲੈ ਗਏ, ਯਾਨੀ ਕਿ ਸੇਮ ਰੱਖਤਾ। ਤਾਂ 50 ਤੇ 60 ਦਾ ਅਸੀਂ ਅਜ਼ਿਊਮ ਕੀ ਕਰ ਲਾਂਗੇ ਐਲਸੀਐਮ 300। 50 ਤੇ 60 ਦਾ ਅਸੀਂ ਐਕਸਪੈਂਡੀਚਰ ਅਜ਼ਿਊਮ ਕਰ ਲਿਆ ਐਲਸੀਐਮ 300। ਇੱਥੇ ਆ ਗਿਆ 6, ਇੱਥੇ ਆ ਗਿਆ 5, 1 ਦਾ ਡਿਫਰੈਂਸ, ਉਹ 1 ਦਾ ਡਿਫਰੈਂਸ 8/3 ਦੇ ਬਰਾਬਰ ਹੈ। ਜੇ 1 ਦੀ ਵੈਲਿਊ 8/3 ਹੈ ਤਾਂ 300 ਦੀ ਵੈਲਿਊ 300 ਦਾ 8/3 ਕਰਕੇ ਬੱਚੇ 800 ਰੁਪਏ ਆਨਸਰ ਆ ਜਾਊਗਾ।
ਇਸ ਕੁਐਸਚਨ ਦਾ ਆਨਸਰ 800 ਰੁਪਏ। ਜੇ ਤੁਸੀਂ ਇਕੁਏਸ਼ਨ ਨਹੀਂ ਬਣਾਉਣੀ ਤਾਂ ਆਹ ਟ੍ਰਿਕ ਮੌਕੇ ਤੇ ਲਾਉਣ ਦੀ ਕੋਸ਼ਿਸ਼ ਕਰਨੀ ਹੈ। ਮੈਂ ਇਹਦੇ ਨਾਲ ਦੀਆਂ ਕੁਝ ਐਗਜ਼ਾਮਪਲਸ ਅਗਲੇ ਸਮੇਂ ਦੇ ਵਿੱਚ ਆਪਾਂ ਸਿਲੈਕਸ਼ਨ ਗਾਈਡ ਦਾ ਜਿਹੜਾ ਸੈਸ਼ਨ ਚੱਲਦਾ ਉਹਦੇ ਵਿੱਚ ਐਵਰੇਜ ਹਲੇ ਕਰਨਾ ਹੈਗਾ, ਐਵਰੇਜ ਦੇ ਵਿੱਚ ਇਹਦੇ ਨਾਲ ਦੀਆਂ ਕੁਝ ਐਗਜ਼ਾਮਪਲਸ ਕਰਵਾ ਦੂੰਗਾ। ਇਹ ਕੋਸ਼ਿਸ਼ ਰੱਖਣੀ ਹੈ ਕਿਉਂਕਿ ਪੰਜਾਬ ਦੇ ਪੇਪਰ ਦਾ ਆ ਜਿਹੜਾ ਪਿਛਲਾ ਕੁਐਸਚਨ ਹੈ 35 ਵਾਲਾ ਪੰਜਾਬ ਦੇ ਪੇਪਰ ਦਾ ਕੁਐਸਚਨ ਹੈ। ਸੋ ਇਸ ਕਰਕੇ ਮੈਂ ਜਿੱਦਣ 10 ਕੁ ਦਿਨ ਪਹਿਲਾਂ ਐਵਰੇਜ ਦਾ ਇੱਕ ਕੁਐਸਚਨ ਕਰਾਇਆ ਸੀ ਉਦੋਂ ਕਿਹਾ ਸੀ ਕਿ ਭਾਈ ਥੋੜੇ ਦਿਨਾਂ ਬਾਅਦ ਮੈਂ ਐਵਰੇਜ ਦਾ ਇੱਕ ਹੋਰ ਕੁਐਸਚਨ ਕਰਾਉਂਗਾ। ਥੋੜਾ ਜਿਹਾ ਇੰਟਰਸਟਿੰਗ ਕੁਐਸਚਨ ਹੈ, ਆਈਦਰ ਤੁਸੀਂ ਇਕੁਏਸ਼ਨਾਂ ਬਣਾਓਗੇ, ਅਦਰਵਾਈਜ਼ ਆਹ ਟ੍ਰਿਕ ਦਿਮਾਗ 'ਚ ਰੱਖਣਾ ਹੈਗਾ ਜਿਹਦੇ ਵਿੱਚ ਕਿ ਤੁਸੀਂ ਜੋ ਪਹਿਲਾ ਐਕਸਪੈਂਡੀਚਰ ਸੀ ਬਰਾਬਰ ਉਸ ਐਕਸਪੈਂਡੀਚਰ ਤੇ ਸੇਮ ਐਕਸਪੈਂਡੀਚਰ ਤੇ ਚੀਜ਼ਾਂ ਲੈ ਜਾਓ। ਜਿਹੜਾ ਕਿ ਫਾਈਂਡ ਕਰਨਾ ਇਨੀਸ਼ੀਅਲ ਐਕਸਪੈਂਡੀਚਰ ਉਹਦੇ ਤੇ ਲੈ ਜਾਾਂਗੇ ਤਾਂ ਐਵਰੇਜ ਇੱਕ ਤਾਂ ਵੈਸੇ ਘਟੀ ਸੀ 42 ਰੁਪਏ ਵਧਾ ਕੇ, ਜੇ ਉਹ ਵੀ ਨਾ ਵਧਣ ਦਈਏ ਤਾਂ ਇੱਕ ਹੋਰ ਘਟ ਗਈ ਯਾਨੀ ਕਿ 2 ਘਟ ਗਈ। ਫਿਰ ਐਲਸੀਐਮ ਲੈ ਕੇ ਕੁਐਸਚਨ ਸ਼ੁਰੂ ਕਰ ਦੇਣਾ। ਇਹ ਤਰੀਕਾ ਰੱਖਣਾ ਬੱਚੇ। ਹੋਰ ਇਹਨਾਂ ਸਵਾਲਾਂ ਦੀ ਮੈਂ ਪ੍ਰੈਕਟਿਸ ਲਗਾਤਾਰ ਕਰਵਾਉਂਦਾ ਜਾਊਂਗਾ। ਸਿਲੈਕਸ਼ਨ ਗਾਈਡ ਦੇ ਵਿੱਚ ਜਿਹੜੇ ਚੈਪਟਰਸ ਰਹਿੰਦੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇਖਾਂਗੇ। ਕੁਐਸਚਨ ਆਫ ਦਾ ਡੇ ਦੇ ਵਿੱਚ ਸਿਰਫ ਮੈਂ ਜਿਹੜੀਆਂ ਚੀਜ਼ਾਂ ਤੇ ਜ਼ੋਰ ਦਿੰਨਾ, ਕੁਐਸਚਨ ਆਫ ਦਾ ਡੇ ਉਹਨਾਂ ਬੱਚਿਆਂ ਲਈ ਬਿਲਕੁਲ ਨਹੀਂ ਹੈਗਾ ਜਿਨ੍ਹਾਂ ਨੇ ਬੇਸਿਕਸ ਨਹੀਂ ਦੇਖੇ, ਤਾਂ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖਣਾ। ਉਹੀ ਨਹੀਂ ਜੋ ਸਾਹਮਣੇ ਆ ਗਿਆ ਦੇਖਦੇ ਜਾਣਾ। ਬੱਚੇ ਤੁਸੀਂ ਇੱਕ ਪ੍ਰੋਪਰ ਪੈਟਰਨ ਦੇ ਵਿੱਚ ਤਿਆਰੀ ਕਰਨੀ ਹੈ ਕਿ ਭਾਈ ਪਹਿਲਾਂ ਅਸੀਂ ਸਿਲੇਬਸ ਕਵਰ ਕਰਨਾ ਹੈ, ਸਿਲੇਬਸ ਕਵਰ ਕਰਕੇ ਅਸੀਂ ਪ੍ਰੈਕਟਿਸ ਕਰਦੇ ਜਾਣਾ, ਫਿਰ ਅਸੀਂ ਮੋਡਰੇਟ ਲੈਵਲ ਤੋਂ ਹਾਈ ਲੈਵਲ ਵੱਲ ਨੂੰ ਹੋਣਾ ਹੈਗਾ, ਫਿਰ ਅਸੀਂ ਟ੍ਰਿਕਸ ਦੇਖਣੇ ਨੇ। ਤਾਂ ਇਹ ਸਾਰੀਆਂ ਚੀਜ਼ਾਂ ਉਦੋਂ ਹੋਣਗੇ ਜਦੋਂ ਆਪਾਂ ਬੇਸਿਕ ਕਨਸੈਪਟਸ ਸਾਰੇ ਦੇ ਸਾਰੇ ਕਰ ਲਾਂਗੇ। ਤਾਂ ਸਿੱਧਾ ਨਾ ਜੰਪ ਮਾਰ ਕੇ ਕੁਐਸਚਨ ਆਫ ਦਾ ਡੇ ਦੇਖਣ ਬਹਿ ਜਾਇਆ ਕਰੋ ਜਦੋਂ ਬੇਸਿਕਸ ਨਹੀਂ ਤਿਆਰ। ਤਾਂ ਬੱਚੇ ਜਿਹੜੇ ਬੱਚਿਆਂ ਦੇ ਬੇਸਿਕਸ ਨਹੀਂ ਤਿਆਰ ਉਹਨਾਂ ਨੂੰ ਆ ਕੁਐਸਚਨ ਆਫ ਦਾ ਡੇ ਦੇ ਵਿੱਚ ਜਿਹੜੇ ਮੈਂ ਟ੍ਰਿਕਸ ਦੱਸਦਾ ਇਹ ਸੀਰੀਅਸਲੀ ਤੰਗ ਕਰਨਗੇ। ਸੋ ਅਵੋਇਡ ਕਰੋ ਉਹ ਬੱਚੇ ਜਿਨ੍ਹਾਂ ਦਾ ਬੇਸਿਕ ਨਹੀਂ ਤਿਆਰ, ਉਹ ਬੇਸਿਕਸ ਤੇ ਆਪਣਾ ਹਾਲੇ ਧਿਆਨ ਦਿਓ। ਬਾਕੀ ਬੱਚੇ ਜਿਹੜੇ ਇੱਕ ਵਾਰ ਤਿਆਰੀ ਕਰਕੇ ਬੈਠੇ ਨੇ, ਚੰਗੀ ਪ੍ਰੈਕਟਿਸ ਕੀਤੀ ਹੋਈ ਹੈ, ਉਹ ਟੱਕਰਾਂ ਕੁਐਸਚਨ ਆਫ ਦਾ ਡੇ ਦੇ ਵਿੱਚ ਵੀ ਮਾਰਦੇ ਜਾਣ। ਸਿਲੈਕਸ਼ਨ ਗਾਈਡ ਦੇ ਵਿੱਚ ਮੈਂ ਚੰਗੇ ਮੋਡਰੇਟ ਤੋਂ ਹਾਈ ਲੈਵਲ ਦੇ ਕੁਐਸਚਨਸ ਕਰਵਾ ਰਿਹਾ, ਹਰ ਇੱਕ ਚੈਪਟਰ ਦੇ ਚੈਪਟਰ ਵਾਈਜ਼ ਕਰਵਾ ਰਿਹਾ, ਉਹ ਉੱਥੇ ਮਿਲਦੇ ਰਹਿਣ। ਅਗਲੇ ਸੈਸ਼ਨ 'ਚ ਮਿਲਦੇ ਆ ਬੱਚੇ। ਧੰਨਵਾਦ।